ਸਭਨਾ ਦਾ ਵੇਸਾ। ਵਾਹਿਗੁਰੂ ਸਾਹਿਬ ਜੀ ਸਭ ਸੁਖ ਦਾਤਾ ਰਾਮ ਹੈ, ਦੂਸਰ ਨਾਹਿਨ ਕੋਏ। ਕਹੋ ਨਾਨਕ ਸੁਨ ਰੇ ਮਨਾ, ਤੇ ਸਿਮਰਤ ਗਤ ਹੋਏ। ਜਿਹ ਸਿਮਰਤ ਗਤ ਪਾਈਐ, ਤਿਹ ਭਜ ਰੇ ਤੈ ਮੀਤ। ਕਹੋ ਨਾਨਕ ਸੁਨ ਰੇ ਮਨਾ, ਔਦ ਘਟਤ ਹੈ ਨੀਤ। ਕਹੋ ਨਾਨਕ ਸੁਨ ਰੇ ਮਨਾ, ਔਦ ਘਟਤ ਹੈ ਨੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਪਰਮ ਗੁਰਦੇਵ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਗੁਰਦੇਵ ਦੇ ਪਾਵਨ ਅਗੰਮੀ ਅੰਮ੍ਰਿਤ ਭੰਡਾਰੇ ਵਿੱਚੋਂ ਆਪ ਜੀ ਨੇ ਹੁਣੇ ਹੀ ਸਰਵਣ ਕੀਤਾ। ਪ੍ਰਭ ਮੇਰੋ ਇਤ ਉਤ ਸਦਾ ਸਹਾਈ। ਮੇਰੇ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਅਕਾਲ ਪੁਰਖ ਦੀ ਰੱਜ ਕੇ ਮਹਿਮਾ ਗਾਈ ਹੈ। ਡੈਫੀਨੇਸ਼ਨ ਪਰਿਭਾਸ਼ਾ ਰੱਬ ਦੀ ਨਹੀਂ ਹੋ ਸਕਦੀ, ਨਾ ਸਤਿਗੁਰਾਂ ਨੇ ਕੀਤੀ ਹੈ। ਤੇ ਨਾ ਸਾਹਿਬ ਜੀ ਕਹਿੰਦੇ ਇਹ ਕਰਨ ਦਾ ਕੋਈ ਹੀਲਾ ਹੀ ਕਰੇ, ਲੋੜ ਵੀ ਨਹੀਂ। ਮਹਿਮਾ ਹੈ ਉਸ ਦੀ ਜਿੰਨੀ ਵੀ ਗਾ ਲਈ ਜਾਏ। ਗੁਰਦੇਵ ਜੀ ਕਹਿੰਦੇ ਕਿੰਨਾ ਸਮਰੱਥ ਹੈ, ਇੱਥੇ ਉੱਥੇ ਸਦਾ ਹੀ ਸਹਾਈ ਹੈ। ਸਾਨੂੰ ਕੁਝ ਨਾ ਕੁਝ ਐਸਾ ਵਿਸ਼ਵਾਸ ਚਾਹੀਦਾ ਹੈ ਜਿਹੜਾ ਸਾਨੂੰ ਅਡੋਲਤਾ ਦੇ ਦੇ। ਭਾਵੇਂ ਵੇਖੋ ਸਹਾਰਾ ਸਾਨੂੰ ਵਸਤਾਂ ਦਾ, ਪਦਾਰਥਾਂ ਦਾ, ਚੀਜ਼ਾਂ ਦਾ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਪਾਣੀ ਸਾਡੀ ਜ਼ਿੰਦਗੀ ਦਾ ਇੱਕ ਆਧਾਰ ਹੈ, ਰੋਟੀ ਜ਼ਿੰਦਗੀ ਦਾ ਇੱਕ ਆਧਾਰ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਪਰ ਸਾਡੇ ਮਨ ਨੂੰ ਵੀ ਇਹ ਪਤਾ ਹੈ ਇਹ ਆਸਰੇ, ਇਹ ਆਧਾਰ ਸਦਾ ਰਹਿਣ ਵਾਲੇ ਨੇ। ਸੋ ਕੁਝ ਐਸਾ ਵਿਸ਼ਵਾਸ ਚਾਹੀਦਾ, ਐਸੀ ਸ਼ਰਧਾ ਚਾਹੀਦੀ ਹੈ ਜਿੱਥੇ ਇਹ ਭਾਵ ਬਣੇ ਕੋਈ ਹੈ ਜਿਹੜਾ ਮੈਨੂੰ ਇੱਥੇ ਉੱਥੇ ਸਦਾ ਰੱਖਣ ਵਾਲਾ ਹੈ। ਇਹ ਸਮਰੱਥਾ ਕੇਵਲ ਮੇਰੇ ਮਾਲਕ ਵਾਹਿਗੁਰੂ ਤੇਰੇ ਵਿੱਚ ਹੈ। ਤੂੰ ਪ੍ਰਾਣਪਤ ਦਾਤੈ, ਜੀ ਕੋ ਪਿਆਰੋ ਹੈ। ਸਾਹਿਬ ਜੀ ਕਹਿੰਦੇ ਕਵਨ ਕਹਾ ਗੁਣ ਗਾਈ। ਗੁਣ ਨਹੀਂ ਗਾਏ ਜਾ ਸਕਦੇ ਪੂਰਨ ਤੌਰ 'ਤੇ। ਹਾਂ, ਮਾਲਕ ਦੀ ਆਪਾਂ ਸਿਫਤ ਕਰਨੀ ਹੈ, ਰੱਬ ਦਾ ਅੰਤ ਪਾਉਣ ਵਾਸਤੇ ਨਹੀਂ, ਰੱਬ ਦੀ ਜਾਣਕਾਰੀ ਲੈਣ ਵਾਸਤੇ ਨਹੀਂ ਵੀ ਕਿੱਡਾ ਵੱਡਾ ਹੈ, ਕਿੱਡਾ ਮੋਟਾ ਹੈ, ਕਿੱਡਾ ਛੋਟਾ ਨਾ। ਜਿਵੇਂ ਇੱਕ ਆਕਾਸ਼ ਵਿੱਚ ਪੰਛੀ ਉਡਾਰੀ ਮਾਰਦਾ ਹੈ, ਜਿੱਧਰ ਮਰਜ਼ੀ ਉਡਾਰੀ ਮਾਰ ਲੈ, ਪਰ ਉਹ ਆਕਾਸ਼ ਦਾ ਅੰਤ ਨਹੀਂ ਪਾ ਸਕਦਾ। ਮੱਛੀ ਪਾਣੀ ਵਿੱਚ ਤਰਨ ਦਾ ਆਨੰਦ ਲੈ ਸਕਦੀ ਹੈ, ਬਾਹਰ ਨਹੀਂ ਜਾ ਸਕਦੀ। ਉਹਦੀ ਸਿਫਤ ਗਾ ਗਾ ਕੇ ਆਨੰਦ ਰਸ ਸਹਿਜ ਲਿਆ ਜਾ ਸਕਦਾ ਹੈ, ਪਰ ਅੰਤ ਨਹੀਂ ਪਾਇਆ ਜਾ ਸਕਦਾ। ਉਸ ਬੇਅੰਤ ਦਾ ਕੋਈ ਅੰਤ ਨਹੀਂ। ਕਵਨ ਕਹਾ ਗੁਣ ਗਾਈ। ਸਾਰੰਗ ਮਹਿਲਾ ਪੰਜਵਾਂ ਹੁਣੇ ਸਰਵਣ ਕੀਤਾ। ਕਿਵੇਂ ਮੈਂ ਪੂਰਨ ਤੌਰ 'ਤੇ ਤੇਰੇ ਗੁਣ ਬਿਆਨ ਕਰਾਂ। ਸੋ ਗੁਰਦੇਵ ਦੀ ਬਾਣੀ ਰੱਬੀ ਮਹਿਮਾ ਵਿੱਚ ਭਿੱਜੀ ਹੋਈ, ਜਿਸ ਦਾ ਆਪ ਜੀ ਰਸ ਮਾਣ ਰਹੇ ਹੋ। ਆਓ ਸਾਹਿਬ ਸਤਿਗੁਰ ਦੀ ਕਿਰਪਾ ਦਾ ਸਦਕਾ ਜੋ ਕੱਲ੍ਹ ਤੱਕ ਆਪਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ 8 ਸ਼ਲੋਕਾਂ ਦੀ ਵਿਚਾਰ ਸਾਂਝੀ ਕੀਤੀ ਹੈ, ਇਹਦੇ ਤੋਂ ਅੱਗੇ ਆਓ ਆਪਾਂ ਵਿਚਾਰ ਦੀ ਰਮਤਾ ਕਰੀਏ।
ਸਾਰੇ ਪਿਆਰ ਸਹਿਤ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ। ਸਭ ਸੁਖ ਦਾਤਾ ਰਾਮ ਹੈ, ਦੂਸਰ ਨਾਹਿਨ ਕੋਏ। ਕਹੋ ਨਾਨਕ ਸੁਨ ਰੇ ਮਨਾ, ਤੇ ਸਿਮਰਤ ਗਤ ਹੋਏ। ਸੁਖ ਸਭਨਾਂ ਨੂੰ ਚਾਹੀਦੇ ਨੇ ਤੇ ਕੋਈ ਮਾੜਾ ਨਹੀਂ ਹੈ। ਕਿਤੇ ਵੀ ਆਪਾਂ ਹੁਣ ਗੁਰੂ ਘਰ ਆਉਂਦਾ ਹੈ ਕੋਈ, ਸੁੱਖ ਹੀ ਮੰਗਦੇ ਹਾਂ। ਗੁਰਦੇਵ ਸੁੱਖਾਂ ਦਾ ਦਾਤਾ ਹੈ। ਪਰ ਫਿਰ ਵੀ ਆਪਾਂ ਜੀਵਨ 'ਚ ਝਾਤ ਜਦੋਂ ਮਾਰਦੇ ਹਾਂ, ਬਹੁਤ ਸਾਰੇ ਦੁੱਖ ਨੇ, ਇੱਕ ਨਹੀਂ। ਦੁੱਖਾਂ ਦੇ ਕਾਰਨ ਵੀ ਅਨੇਕ ਨੇ ਜੀਵਨ ਦੇ ਅੰਦਰ, ਤੇ ਕੋਈ ਇੱਕ ਘਰ ਦੁਖੀ ਨਹੀਂ। ਬਾਬਾ ਫਰੀਦ ਜੀ ਕਹਿੰਦੇ, ਜਦੋਂ ਮੈਂ ਉੱਚਾ ਛੋ ਕੇ ਵੇਖਿਆ, ਕਈ ਵਾਰ ਆਪਾਂ ਸਮਝਦੇ ਹਾਂ ਕਿ ਕੋਈ ਮੁਸ਼ਕਲ ਸ਼ਾਇਦ ਸਾਡੇ ਜੀਵਨ 'ਚ ਹੀ ਆਈ, ਵੀ ਸ਼ਾਇਦ ਆਹ ਦੁੱਖ ਸਾਨੂੰ ਹੀ ਮਿਲੇ। ਤੇ ਬਾਬਾ ਫਰੀਦ ਜੀ ਕਹਿੰਦੇ ਐਸਾ ਨਹੀਂ ਹੈ। ਥੋੜ੍ਹਾ ਜਿਹਾ ਉੱਚਾ ਹੋ ਕੇ ਵੇਖੀਏ, ਸਾਰਿਆਂ ਦੇ ਘਰੋਂ ਦੁੱਖ ਮਿਲ ਜਾਂਦੇ ਨੇ। ਇਹਦਾ ਇੱਕ ਭਾਵ ਇਹ ਵੀ ਹੈ, ਕੋਈ ਦੁੱਖ ਕੋਈ ਮੁਸ਼ਕਲ ਆਏ ਘਬਰਾਈਏ ਨਾ। ਇਹ ਨਾ ਸਮਝੀ ਵੀ ਤੇਰੇ ਨਾਲ ਹੀ ਇਕੱਲੀ ਅਣਹੋਣੀ ਹੋਈ ਹੈ। ਸਭ ਨਾਲ ਵਾਪਰਦਾ ਹੈ। ਜਿੱਥੇ ਸਰੀਰ ਮਿਲਿਆ, ਭੋਗੰ ਤਾਂ ਰੋਗੰ ਹਰਖੰ ਤਾਂ ਸੋਗੰ। ਇਹ ਵਰਤਾਰਾ ਜੀਵਨ ਦੇ ਅੰਦਰ ਵਰਤਣਾ ਹੀ ਵਰਤਣਾ ਹੈ। ਬਾਬਾ ਫਰੀਦ ਜੀ ਕਹਿੰਦੇ, ਮੈਂ ਸਮਝਿਆ ਸੀ ਦੁੱਖ ਮੈਨੂੰ ਹੈ, ਪਰ ਜਦੋਂ ਮੈਂ ਉੱਚਾ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹ ਆ ਗਿਆ। ਦੁੱਖ ਮਿਲੇ, ਵਿਆਪਕ ਨੇ ਦੁੱਖ, ਜੇ ਆਪਾਂ ਕਹਿ ਲਈਏ। ਵੈਸੇ ਤੇ ਗੁਰਦੇਵ ਦੀ ਬਾਣੀ ਨੇ ਦੁੱਖਾਂ ਦੇ ਬੜੇ ਕਾਰਨ ਬਿਆਨ ਕੀਤੇ ਨੇ। ਮਾਲਕ ਨੂੰ ਭੁੱਲ ਜਾਣਾ ਬਹੁਤ ਵੱਡਾ ਦੁੱਖ ਹੈ। ਇੱਕ ਸਾਡੇ ਜੀਵਨ ਵਿੱਚ ਦੁੱਖਾਂ ਦਾ ਕਾਰਨ ਇਹ ਹੈ, ਅਸਾਂ ਨਾ ਰੱਬ ਦੀ ਆਪਾਂ ਹੋਂਦ, ਜਾਂ ਅਸੀਂ ਕਈ ਵਾਰ ਰੱਬ ਦੇ ਮਹਿਕਮੇ ਨੂੰ ਆਪਣੇ ਹੱਥ ਵਿੱਚ ਲੈਣਾ ਚਾਹੁੰਦੇ ਹਾਂ। ਅਸੀਂ ਦੁਖੀ ਉਦੋਂ ਹੁੰਦੇ ਹਾਂ ਜਦੋਂ ਆਪਾਂ ਕਹਿੰਦੇ ਹਾਂ ਵੀ ਹਰੇਕ ਕੰਮ ਸਾਡੇ ਅਨੁਸਾਰ ਹੀ ਹੋ ਜਾਏ। ਵੀ ਆਪਾਂ ਸਮਝਦੇ ਹਾਂ ਨਾ, ਸਾਰੇ ਜਿੱਦਾਂ ਮੈਂ ਚਾਹਾਂ ਉੱਦਾਂ ਹੋ ਜਾਏ, ਆਹ ਕੰਮ ਮੇਰੇ ਅਨੁਸਾਰ ਹੀ ਹੋ ਜਾਏ। ਜਦੋਂ ਨਹੀਂ ਹੁੰਦਾ, ਅਸੀਂ ਦੁੱਖ ਪਾਉਂਦੇ ਹਾਂ। ਸਤਿਗੁਰ ਨੇ ਬਾਣੀ 'ਚ ਕਿਹਾ, ਠੀਕ ਹੈ, ਅਕਾਲ ਪੁਰਖ ਨੇ ਸਾਨੂੰ ਜ਼ੋਰ, ਤਾਕਤ, ਸਮਰੱਥਾ ਦਿੱਤੀ ਹੈ, ਬੋਲਣ ਦੀ, ਸੁਣਨ ਦੀ, ਸਮਝਣ ਦੀ, ਤੁਰਨ ਦੀ। ਮਾਲਕ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ, ਪਰ ਅਸੀਂ ਸਭ ਕੁਝ ਨਹੀਂ ਕਰ ਸਕਦੇ। ਮੇਰੇ ਹਰ ਜੀਓ ਸਭ ਕੁਛ ਤੇਰਾ ਵਸ, ਅਸਾਂ ਜ਼ੋਰ ਨਾਹੀਂ ਜੇ ਕਿਛ ਕਰ ਹਮ ਸਾਕੈ, ਜਿਉਂ ਭਾਵੈ ਤਿਵੇਂ ਬਖਸ਼। ਅਸੀਂ ਦੁਖੀ ਹੁੰਦੇ ਹਾਂ। ਸਾਡੇ ਦੁੱਖ ਦਾ ਬਹੁਤ ਵੱਡਾ ਇਹ ਕਾਰਨ ਹੈ, ਅਸੀਂ ਆਪਣੇ ਅਨੁਸਾਰ ਸਭ ਕੁਝ ਕਰਨਾ ਚਾਹੁੰਦੇ ਹਾਂ, ਪਰ ਇਹ ਸੰਭਵ ਨਹੀਂ ਹੈ। ਭਾਈ ਵੀਰ ਸਿੰਘ ਜੀ ਨੇ ਜ਼ਿਕਰ ਕੀਤਾ, ਜਿਹਨੂੰ ਸਮਝ ਆ ਜਾਂਦੀ, ਉਹ ਸੁੱਖਾਂ ਦੇ ਦਾਤੇ ਨਾਲ ਜੁੜ ਗਿਆ। ਜਿਹੜਾ ਮਾਲਕ ਦੇ ਭਾਣੇ ਰੱਬੀ ਰਜ਼ਾ ਨਾਲ ਜੁੜ ਗਿਆ, ਉਹ ਸੁਖੀ ਹੁੰਦਾ ਹੈ। ਭਾਈ ਵੀਰ ਸਿੰਘ ਜੀ ਨੇ ਅੰਮ੍ਰਿਤਸਰ ਸਾਹਿਬ ਦੇ ਇੱਕ ਸਰਦਾਰ ਦਾ ਜ਼ਿਕਰ ਕੀਤਾ। ਭਾਈ ਸਾਹਿਬ ਜੀ ਕਹਿੰਦੇ, ਕੀ ਹੋਇਆ? ਬੜਾ ਅਮੀਰ, ਰੱਬ ਦੀ, ਗੁਰੂ ਦੀ ਬੜੀ ਬਖਸ਼ਿਸ਼। ਅੱਜ ਜਿਹੜੇ ਕਰਮਚਾਰੀ ਸਨ, ਮੁਨੀਮ ਸਨ, ਮੁਨਸ਼ੀ ਸਨ, ਉਹਨਾਂ ਨੇ ਆ ਕੇ ਖਬਰ ਦਿੱਤੀ ਵੀ ਜਿਸ ਤਰ੍ਹਾਂ ਦੇ ਹਾਲਾਤ ਨੇ, ਲੱਗਦਾ ਹੈ ਤੁਹਾਨੂੰ ਬਹੁਤ ਵੱਡਾ ਘਾਟਾ ਆਉਣ ਵਾਲਾ ਹੈ। ਤੁਹਾਡੇ ਕਾਰੋਬਾਰ, ਬਿਜ਼ਨਸ ਵਿੱਚ ਤੁਹਾਨੂੰ ਘਾਟਾ ਪੈਣਾ। ਉਸ ਰੱਬ ਦੇ ਪਿਆਰੇ ਗੁਰੂ ਕੇ ਸਿੱਖ ਨੇ ਹੱਥ ਜੋੜੇ, ਨੇਤਰ ਬੰਦ ਹੋਏ। 2, 4, 5 ਮਿੰਟ ਇਸੇ ਤਰ੍ਹਾਂ ਰਿਹਾ। ਕੁਝ ਮਹੀਨੇ ਹੋਏ, ਕਰਮਚਾਰੀਆਂ ਨੇ, ਮੁਨਸ਼ੀਆਂ ਨੇ ਆ ਕੇ ਇਹ ਗੱਲ ਕਹੀ ਵੀ ਸਰਦਾਰ ਜੀ, ਅਸੀਂ ਸਮਝਦੇ ਸਾਂ ਤੁਹਾਨੂੰ ਘਾਟਾ ਬੜਾ ਹੋਣਾ ਹੈ, ਪਰ ਹੋਇਆ ਇਸ ਤੋਂ ਉਲਟ, ਤੁਹਾਨੂੰ ਮੁਨਾਫਾ ਬੜਾ ਜ਼ਿਆਦਾ ਹੋਇਆ।
ਘਾਟਾ ਨਹੀਂ ਹੋਇਆ, ਤੁਹਾਨੂੰ ਮੁਨਾਫਾ ਹੋਇਆ। ਉਸ ਗੁਰੂ ਦੇ ਸਿੱਖ ਦੇ ਫਿਰ ਹੱਥ ਜੁੜ ਗਏ, ਨੇਤਰ ਬੰਦ ਹੋ ਗਏ। ਤੇ ਉਹਨਾਂ ਨੇ ਸਵਾਲ ਕੀਤਾ, ਸਰਦਾਰ ਜੀ, ਜਦੋਂ ਅਸੀਂ ਤੁਹਾਨੂੰ ਆ ਕੇ ਗੱਲ ਕਹੀ ਸੀ ਵੀ ਤੁਹਾਨੂੰ ਕੰਮ ਦੇ ਵਿੱਚ ਘਾਟਾ ਹੋਣਾ, ਉਦੋਂ ਵੀ ਤੁਸੀਂ ਇਸੇ ਤਰ੍ਹਾਂ ਹੀ ਕੀਤਾ। ਜਦੋਂ ਅਸੀਂ ਆ ਕੇ ਕਿਹਾ ਵੀ ਮੁਨਾਫਾ ਹੋ ਗਿਆ, ਤਾਂ ਵੀ ਤੁਸੀਂ ਇਸੇ ਤਰ੍ਹਾਂ ਕੀਤਾ। ਉਹ ਗੁਰੂ ਕਾ ਪਿਆਰਾ ਕਹਿਣ ਲੱਗਾ ਆਪਣੇ ਸਾਥੀਆਂ ਨੂੰ, ਜਦੋਂ ਤੁਸੀਂ ਆ ਕੇ ਕਿਹਾ ਸੀ ਨਾ ਵੀ ਘਾਟਾ ਪੈਣ ਵਾਲਾ ਬਿਜ਼ਨਸ ਵਿੱਚ, ਕਹਿਣ ਲੱਗਾ ਮੈਂ ਹੱਥ ਜੋੜ ਕੇ ਅਰਦਾਸ ਕੀਤੀ ਸੀ, ਮੇਰੇ ਸਤਿਗੁਰੂ ਜੀਓ ਮੈਨੂੰ ਸਮਰੱਥਾ ਦਈ, ਘਾਟਾ ਭਾਵੇਂ ਪੈ ਜਾਏ ਵਿਸ਼ਵਾਸ ਤਰੇੜ ਨਾ ਆਏ ਕਦੇ। ਮੇਰਾ ਵਿਸ਼ਵਾਸ ਬਣਿਆ ਰਹੇ, ਦੁੱਖ ਆ ਜਾਏ ਨਾ, ਘਾਟਾ ਆ ਜਾਏ, ਵਿਸ਼ਵਾਸ ਬਣਿਆ ਰਹੇ, ਸੁੱਖ ਬਣਿਆ ਰਹਿੰਦਾ। ਕਹਿਣ ਲੱਗੇ ਦੁਬਾਰਾ ਤੁਸੀਂ ਅਰਜ਼ੋਈ ਕੀਤੀ, ਤੇ ਉਹ ਕਹਿਣ ਲੱਗਾ ਜਦੋਂ ਤੁਸੀਂ ਆ ਕੇ ਦੱਸਿਆ ਨਾ ਵੀ ਫਾਇਦਾ ਲਾਭ ਮੁਨਾਫਾ ਹੋਇਆ, ਕਹਿੰਦਾ ਮੈਂ ਉਸੇ ਤਰ੍ਹਾਂ ਅਰਦਾਸ ਕੀਤੀ ਸੀ, ਮੇਰੇ ਸਾਈਂ ਜੇ ਅੱਜ ਤੂੰ ਧਨ ਦੇ ਦਿੱਤਾ ਤੇਰੀ ਯਾਦ ਸਦਾ ਬਣੀ ਰਹੇ। ਇਹ ਨਾ ਹੋਏ ਵੀ ਮੈਂ ਤੇਰੀ ਸਿਫਤ ਤੋਂ ਹੀ ਟੁੱਟ ਜਾ। ਘਾਟਾ ਹੋਇਆ ਕੋਈ ਗੱਲ ਨਹੀਂ, ਵਿਸ਼ਵਾਸ ਨਾ ਟੁੱਟੇ, ਧਨ ਮਿਲਿਆ ਕੋਈ ਗੱਲ ਨਹੀਂ, ਤੇਰੀ ਯਾਦ ਨਾ ਟੁੱਟੇ, ਸੁੱਖ ਰਹੇਗਾ ਨਾ ਸਦਾ। ਜੀਵਨ ਦੇ ਅੰਦਰ ਜੁਗਤੀ ਇਹੀ ਹੈ ਸੁਖੀ ਰਹਿਣ ਦੀ, ਮਾਲਕ ਨਾਲ ਸਹਿਮਤ ਰਹਿਣਾ। ਵੇਖੋ ਗੁਰੂ ਸੁਖੀ, ਵੈਸੇ ਸ਼ਬਦ ਮੈਂ ਵਰਤ ਰਿਹਾ, ਗੁਰੂ ਤੇ ਸਦਾ ਹੀ ਆਨੰਦ ਵਿੱਚ, ਸਦਾ ਆਨੰਦ ਵਿੱਚ ਰਹੇ ਨਾ ਗੁਰੂ ਭਗਤ। ਕਾਰਨ ਕੀ ਸੀ? ਬਹੁਤ ਵੱਡਾ ਕਾਰਨ ਹੈ। ਕਿਉਂਕਿ ਭਗਤ ਗੁਰੂ ਸਾਹਿਬਾਨ ਸਦਾ ਰੱਬ ਨਾਲ ਸਹਿਮਤ ਰਹੇ, ਸਦਾ ਹੀ। ਆਪਾਂ ਕਦੇ ਕਦੇ ਹੁੰਦੇ, ਜਦੋਂ ਮਿਲ ਗਿਆ ਨਾ ਫੇਰ ਕਿਹਾ, ਤੇ ਨਹੀਂ ਤੇ ਕਦੇ ਕਦੇ ਉਲਾਂਭੇ ਵੀ ਆ ਗਏ। ਸਦਾ ਉਹਦੇ ਨਾਲ ਸਹਿਮਤ ਰਹੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਰੱਬ ਨਾਲ ਸਹਿਮਤ ਹੈ, ਤੇ ਸਾਨੂੰ ਗੁਰੂ ਤੇਗ ਬਹਾਦਰ ਸਾਹਿਬ ਨਾਲ ਸਹਿਮਤ ਹੋਣਾ ਪੈਣਾ। ਜੋ ਕਹਿ ਰਹੇ ਨੇ ਨਾ ਸਤਿਗੁਰੂ ਸਨ, ਉਹ ਮੰਨਣਾ ਪੈਣਾ। ਸਹਿਮਤ ਹੋਵਾਂਗੇ ਸੁਖੀ ਹੈ। ਜਿਹੜਾ ਉਹਦੀ ਰਜ਼ਾ, ਉਹਦੀ ਸਿਫਤ ਵਿੱਚ ਸੁੱਖ ਬਣਦਾ ਹੈ, ਤੇ ਜਿਹਨੂੰ ਮਿਲਿਆ ਉਹ ਫਿਰ ਕਦੇ ਦੁਖੀ ਨਹੀਂ ਹੋਇਆ। ਦੁਨੀਆ ਦੀਆਂ ਚੀਜ਼ਾਂ ਦੀ ਵਾਧ ਘਾਟ, ਮਿਲ ਜਾਣਾ ਛੁੱਟ ਜਾਣਾ, ਰੱਬ ਦੇ ਪਿਆਰੇ ਦੇ ਅੰਦਰ ਦੇ ਆਨੰਦ ਨੂੰ ਖਿੜਾ ਨਹੀਂ ਸਕਿਆ। ਤੇ ਸਾਰੇ ਸੁੱਖਾਂ ਦਾ ਦਾਤਾ। ਆਪਾਂ ਭਾਵੇਂ ਕਈ ਵਾਰ ਸਮਝ ਲੈਂਦੇ ਹਾਂ ਸ਼ਾਇਦ ਇਹਦੇ 'ਚੋਂ ਸੁੱਖ ਮਿਲੇਗਾ, ਇਹਦੇ 'ਚੋਂ ਮਿਲੇਗਾ, ਜਾਂ ਆਪਾਂ ਕਹਿੰਦੇ ਹਾਂ ਵੀ ਸਾਡੀਆਂ ਇੱਛਾਵਾਂ, ਕਈ ਵਾਰ ਹੁੰਦਾ ਵੀ ਮੈਂ ਆਹ ਕੰਮ ਕਰ ਲਵਾਂ ਫਿਰ ਸੁਖੀ ਹੋ ਜਾਵਾਂ। ਉਹ ਕੰਮ ਵੀ ਹੋ ਗਿਆ, ਸੁਖੀ ਫੇਰ ਨਹੀਂ ਹੋਇਆ। ਕਹਿੰਦਾ ਪੜ੍ਹ ਜਾਵਾਂ ਸੁਖੀ ਹੋਵਾਂਗਾ, ਪੜ੍ਹ ਲਿਆ ਫਿਰ ਸੁੱਖ ਨਹੀਂ ਮਿਲਿਆ। ਘਰ ਵਾਲੇ ਕਹਿਣ ਲੱਗੇ ਨੌਕਰੀ ਮਿਲ ਜਾਏ ਨਾ ਸੁੱਖ ਬਣ ਜਾ, ਫਿਰ ਵੀ ਸੁਖੀ ਨਹੀਂ ਹੋਇਆ। ਫਿਰ ਵਿਆਹ ਹੋ ਗਿਆ ਤਾਂ ਵੀ ਸੁੱਖ ਨਹੀਂ। ਫਿਰ ਕਹਿੰਦਾ ਫੈਮਿਲੀ ਸੈੱਟ ਹੋ ਜਾਏ, ਸੈੱਟ ਹੋ ਗਈ ਤਾਂ ਵੀ ਆਪ ਅਪਸੈਟ ਫਿਰ। ਫਿਰ ਕਹਿੰਦਾ ਕੋਈ ਗੱਲ ਨਹੀਂ, ਜਦੋਂ ਬਜ਼ੁਰਗ ਹੋਵਾਂਗੇ ਨਾ ਫਿਰ ਉਦੋਂ ਸੁੱਖ ਮਾਣਾ ਹੋ ਗਿਆ, ਫਿਰ ਵੀ ਮੱਥੇ ਤਿਉੜੀਆਂ। ਕੀ ਫਿਰ ਆਨੰਦ ਸੁੱਖ ਆਪਾਂ ਮੜੀਆਂ 'ਚ ਜਾ ਕੇ ਮੰਨਣਾ? ਫਿਰ ਤੇ ਸੰਭਾਵਨਾ ਨਹੀਂ ਹੈ, ਹੁਣ ਦੀ ਸੰਭਾਵਨਾ ਹੈ। ਤੇ ਜੇ ਆਪਾਂ ਇਹ ਹੀ ਸਮਝਦੇ ਹਾਂ ਵੀ ਆਹ ਮਿਲ ਗਿਆ, ਆਹ ਮਿਲ ਗਿਆ, ਆਹ ਮਿਲ ਗਿਆ, ਤਾਂ ਇੱਛਾਵਾਂ ਪੂਰੀਆਂ ਹੋ ਗਈਆਂ, ਆਪਾਂ ਨਹੀਂ ਸੁਖੀ ਹੋ ਸਕਦੇ ਕਦੇ ਵੀ। ਤੇ ਇਹ ਵੀ ਯਾਦ ਰੱਖਿਓ, ਸਾਡੀ ਹਰੇਕ ਇੱਛਾ ਪੂਰੀ ਨਹੀਂ ਹੋਣੀ ਚਾਹੀਦੀ। ਮਾਫ਼ ਕਰ, ਜ਼ਰੂਰੀ ਨਹੀਂ ਹੈ ਸਾਡੀ ਹਰੇਕ ਇੱਛਾ ਹੀ ਪੂਰੀ। ਕੀ ਪਤਾ ਰੱਬ ਦੀ ਕੀ ਮਰਜ਼ੀ ਉਹਦੇ 'ਚ। ਅਰਦਾਸ ਹੈ ਨਾ ਜਿਹੜੀ ਸਾਡੀ, ਉਹ ਆਰਡਰ ਨਹੀਂ ਹੈ, ਬੇਨਤੀ ਹੈ, ਹੁਕਮ ਨਹੀਂ ਹੈ। ਤੇ ਸਾਡੀਆਂ ਸਾਰੀਆਂ ਇੱਛਾਵਾਂ ਜ਼ਰੂਰੀ ਨਹੀਂ ਵੀ ਪੂਰੀਆਂ ਹੋ ਜਾਣ ਅਸੀਂ ਸੁਖੀ ਹੋ ਜਾਵਾਂ। ਪੁਰਾਣੇ ਸਮੇਂ 'ਚ ਇੱਕ ਬੜੀ ਪਿਆਰੀ ਗਾਥਾ ਹੁੰਦੀ ਸੀ, ਮੈਂ ਕਹਿ ਦਵਾਂ। ਕਿਸੇ ਬੰਦੇ ਨੇ ਨਾ, ਬੜੀ ਸਮਝਣ ਵਾਲੀ ਗੱਲ ਉਹਦੇ 'ਚ, ਜੰਗਲ ਚਲਾ ਗਿਆ, ਕਹਿੰਦੇ ਰੱਬ ਦੀ ਭਗਤੀ ਕੀਤੀ ਤੇ ਮਾਲਕ ਖੁਸ਼ ਹੋਇਆ, ਮਾਲਕ ਪ੍ਰਗਟ ਹੋਇਆ। ਹਾਂ ਭਾਈ ਕੀ ਚਾਹੀਦਾ? ਕਹਿਣ ਲੱਗਾ ਰੱਬਾ ਬਸ ਇਹ ਚਾਹੀਦਾ ਜੋ ਮੈਂ ਸੋਚ ਲਵਾਂ ਨਾ ਮਨ 'ਚ, ਬਸ ਉਹੀ ਪੂਰਾ ਹੋ ਜਾਏ। ਅਕਾਲ ਪੁਰਖ ਨੇ ਕਿਹਾ ਭਾਈ ਇਹ ਮਹਿਕਮਾ ਤੂੰ ਆਪਣੇ ਕੋਲ ਨਾ ਰੱਖੇ, ਮੇਰੇ ਕੋਲ ਠੀਕ। ਕਹਿਣ ਲੱਗਾ ਨਹੀਂ, ਜੋ ਮੈਂ ਮਨ ਵਿੱਚ ਸੋਚਾਂ, ਇੱਛਾ ਆਏ, ਖਿਆਲ ਆਏ, ਉਹ ਪੂਰਾ ਹੋ ਜਾਏ। ਮਾਲਕ ਕਹਿਣ ਲੱਗਾ ਚੱਲ ਠੀਕ ਹੈ, ਬੜਾ ਖੁਸ਼ ਹੋਇਆ। ਜਦੋਂ ਘਰ ਨੂੰ ਤੁਰਿਆ ਨਾ, ਜੰਗਲ ਸੀ, ਤੇ ਮਨ ਵਿੱਚ ਖਿਆਲ ਆਇਆ, ਮਨਾ ਕਦੇ ਸ਼ੇਰ ਨਾ ਆ ਜਾਏ।
ਤੇ ਸੱਚੀ ਮੁੱਚੀ ਸ਼ੇਰ ਆ, ਕਿਉਂਕਿ ਮਾਲਕ ਨੇ ਕਿਹਾ ਸੀ। ਸੱਚੀ ਮੁੱਚੀ ਸ਼ੇਰ ਆ ਗਿਆ। ਸ਼ੇਰ ਨੂੰ ਵੇਖ ਕੇ ਮਨ 'ਚ ਖਿਆਲ ਆਇਆ ਕਦੇ ਖਾ ਹੀ ਨਾ ਜਾਏ, ਤੇ ਸ਼ੇਰ ਨੂੰ ਖਾ ਵੀ ਗਿਆ। ਇਹ ਪਤਾ ਕਾਹਦੀ ਪ੍ਰਤੀਕ ਕੀ ਹੈ? ਸਾਡੀਆਂ ਇੱਛਾਵਾਂ ਬਹੁਤ ਵਾਰ ਸਾਨੂੰ ਹੀ ਖਾ ਜਾਂਦੀਆਂ, ਸਾਡਾ ਸੁੱਖ ਹੀ ਖਾ ਗਈਆਂ। ਆ ਬਚਪਨ 'ਚ ਕਿੱਦਾਂ ਹੱਸਦੇ ਖੇਡਦੇ ਸਾਂ, ਉਹ ਹਾਸਾ ਹੀ ਖਾ ਗਈਆਂ। ਖੁੱਸ ਗਿਆ ਨਾ ਬਹੁਤ ਕੁਝ। ਇਹ ਨਾ ਕਿਹਾ ਕਰੀਏ ਸਾਡੀ ਹਰੇਕ ਇੱਛਾ ਪੂਰੀ ਹੋ ਗਈ ਤੇ ਆਪਾਂ ਸੁਖੀ ਹੋਵਾਂਗੇ। ਨਹੀਂ, ਸਾਡੀਆਂ ਇੱਛਾਵਾਂ ਨੇ ਬਹੁਤ ਵਾਰ ਸਾਨੂੰ ਖਾ ਲੈਣਾ। ਤੇ ਇਸ ਰੂਪ ਵਿੱਚ ਨਹੀਂ। ਗੁਰਦੇਵ ਕਹਿੰਦੇ ਸੁੱਖ ਮਿਲਣਾ, ਆਨੰਦ ਮਿਲਣਾ ਮਾਲਕ ਦੀ ਸਿਫਤ ਵਿੱਚ, ਕਿਉਂਕਿ ਫਿਰ ਆਪਾਂ ਉੱਥੇ ਲੱਗੇਗਾ ਸਾਨੂੰ ਵੀ ਬਹੁਤ ਕੁਝ ਮਿਲਿਆ। ਵਾਹਿਗੁਰੂ ਬੜੀ ਤੇਰੀ ਕਿਰਪਾ ਹੈ। ਉੱਥੇ ਲੱਗੇਗਾ ਵੀ ਜੋ ਕੁਝ ਮੈਨੂੰ ਮਿਲਿਆ ਬਹੁਤ ਜ਼ਿਆਦਾ ਹੀ ਮਿਲਿਆ, ਜ਼ਿਆਦਾ ਦੇ ਦਿੱਤਾ ਅਕਾਲ ਪੁਰਖ ਨੂੰ। ਤੇ ਜੇ ਉਸ ਦੀ ਸਿਫਤ, ਉਸ ਦੀ ਰਜਾ ਨਹੀਂ, ਫਿਰ ਦੂਜੇ ਵੱਲ ਸਾਡੀ ਇੱਕ ਬਿਰਤੀ ਹੈ। ਮੈਂ ਗੱਲ ਕਹਿ ਦੇਵਾਂ, ਦੋ ਚੀਜ਼ਾਂ, ਮੱਤ ਤੇ ਧਨ। ਧਨ ਸਾਨੂੰ ਦੂਜੇ ਦਾ ਵੱਡਾ ਲੱਗਦਾ, ਮੱਤ ਸਿਆਣਪ ਆਪਣੀ ਵੱਡੀ ਲੱਗਦੀ। ਹਰੇਕ ਬੰਦਾ ਧਨ ਦੂਜੇ ਦਾ ਵੱਡਾ ਜਾਣਦਾ ਤੇ ਮੱਤ ਆਪਣੀ ਵੱਡੀ ਜਾਣਦਾ। ਇਹਦੇ ਨਾਲ ਕੀ ਹੁੰਦਾ? ਦੂਜੇ ਦਾ ਧਨ ਵੱਡਾ ਜਾਣਿਆ, ਲੋਭ ਪੈਦਾ ਹੋ ਗਿਆ, ਤ੍ਰਿਸ਼ਨਾ ਪੈਦਾ ਹੋ ਗਈ। ਮੱਤ ਆਪਣੀ ਵੱਡੀ ਜਾਣੀ, ਹੰਕਾਰ ਪੈਦਾ ਹੋ ਗਿਆ। ਉਲਟਾ ਰੱਖਣਾ ਹੈ। ਧਰਮੀ ਬੰਦਾ ਉਲਟਾ ਰੱਖਦਾ। ਧਰਮੀ ਰੱਬ ਦਾ ਪਿਆਰਾ ਕਹਿੰਦਾ ਵੀ ਮੈਂ ਬੌਰਾ ਹਾਂ, ਸਭ ਖਲਕ ਸਿਆਣੀ। ਰੱਬ ਦੇ ਪਿਆਰਿਆਂ ਨੇ ਕਿਹਾ ਮੈਂ ਬੌਰਾ, ਮੈਂ ਗੁਲਾਮ, ਮੈਂ ਤੁੱਛ, ਤੂੰ ਸਮਰੱਥ ਵੱਡਾ, ਮੇਰੀ ਮੱਤ ਥੋੜੀ ਰਾਮ। ਮੱਤ ਮੇਰੀ ਥੋੜੀ ਹੈ, ਮੱਤ ਆਪਣੀ ਥੋੜੀ ਲੱਗੀ, ਪਦਾਰਥ ਆਪਣੇ ਜ਼ਿਆਦੇ ਲੱਗੇ। ਫਿਰ ਵੇਖੋ ਕਿੰਨਾ ਸ਼ੁਕਰਾਨਾ, ਕਿੰਨੇ ਸੁੱਖ ਨੇ। ਤੇ ਸਾਰੀਆਂ ਇੱਛਾਵਾਂ ਸਤਿਗੁਰ ਕਹਿੰਦੇ ਪੂਰੀਆਂ ਹੋ ਗਈਆਂ। ਇੱਛਾ ਪੂਰਕ, ਸਾਰੇ ਆਖੋ ਸਰਬ ਸੁਖ ਦਾਤਾ ਹਰ, ਜਾ ਕੈ ਵਸ ਹੈ ਕਾਮ ਤਿਨ। ਸੋ ਐਸਾ ਹਰ ਧਿਆਈਐ ਮੇਰੇ ਜੀੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਹੇ ਮੇਰੇ ਮਨ, ਤਾਂ ਤੇਰੇ ਸੁੱਖ ਮਿਲਣੇ ਨੇ ਤੈਨੂੰ। ਰੱਜਿਆ ਰੱਜਿਆ ਜਦੋਂ ਉਸ ਮਾਲਕ ਨੂੰ ਚੇਤੇ ਕਰੇਗਾ ਜਿਹਦੇ ਵਸ ਵਿੱਚ ਸਭ ਕੁਝ ਹੈ। ਬੜਾ ਸਮਰੱਥ ਡਾਢਾ ਮਾਲਕ ਵਾਹਿਗੁਰੂ। ਧੰਨ ਗੁਰੂ ਤੇਗ ਬਹਾਦਰ ਜੀ ਬਚਨ ਕਰਦੇ ਨੇ, ਸਭ ਸੁਖ ਦਾਤਾ ਰਾਮ ਹੈ। ਸੁਖ ਰੱਬ ਦੀਆਂ ਦਾਤਾਂ ਨੇ, ਦੁੱਖ ਸਾਡੀਆਂ ਕਮਜ਼ੋਰੀਆਂ ਨੇ। ਹੁਣ ਵੇਖੋ ਜਿੰਨਾ ਚਾਨਣ ਆਉਂਦਾ ਹੈ, ਚਾਨਣ ਦਾ ਮਰਕਜ਼ ਕੇਂਦਰ ਕੌਣ ਹੈ? ਸੂਰਜ। ਤੇ ਜੇ ਮੈਂ ਆਪ ਜੀ ਨੂੰ ਪੁੱਛਾਂ ਵੀ ਹਨੇਰਾ ਕਿੱਥੋਂ ਆਉਂਦਾ ਹੈ, ਇਹਦਾ ਤਾਂ ਕੋਈ ਜਵਾਬ ਨਹੀਂ। ਇਹ ਸਾਨੂੰ ਪਤਾ ਹੈ ਵੀ ਚਾਨਣ ਸੂਰਜ ਕੋਲੋਂ ਆਉਂਦਾ ਹੈ। ਹਨੇਰਾ ਕਿੱਥੋਂ ਆਉਂਦਾ ਹੈ? ਬਸ ਇੱਕੋ ਹੀ ਜਵਾਬ ਹੁੰਦਾ ਹੈ, ਚਾਨਣ ਦੀ ਗੈਰ ਹਾਜ਼ਰੀ ਹਨੇਰਾ ਹੈ। ਹੋਰ ਕਿਤੇ ਵੀ ਨਹੀਂ ਆਉਂਦਾ, ਨਾ ਕਿਤੇ ਆਉਂਦਾ ਹੈ ਨਾ ਕਿਤੋਂ ਜਾਂਦਾ ਹੈ। ਜਿੰਨੇ ਸੁੱਖ ਨੇ ਦਾਤਾਂ ਨੇ ਮਾਲਕ ਤੇਰੀਆਂ ਨੇ, ਤੇ ਜਿੰਨੀਆਂ ਭੁੱਲਾਂ ਜਿੰਨੀਆਂ ਕਮਜ਼ੋਰੀਆਂ ਉਹ ਮੇਰੇ ਨੇ। ਦੁੱਖ ਮੇਰੀ ਸਿਆਣਪ ਕਰਕੇ ਆਇਆ ਹੋਵੇਗਾ, ਦੁੱਖ ਮੇਰੀ ਕਿਸੇ ਮੰਗ ਵਿੱਚੋਂ ਪ੍ਰਗਟ ਹੋਇਆ ਹੋਵੇਗਾ, ਦੁੱਖ ਮੇਰੀ ਇੱਛਾ ਚੋਂ। ਆ ਨਿੱਕੀ ਜੀ ਆ ਗੰਗਾ ਵੇਖੋ ਕਿੱਥੋਂ, ਗੰਗੋਤਰੀ ਤੋਂ ਸ਼ੁਰੂ ਹੁੰਦੀ ਨਿੱਕੀ ਜੀ ਧਾਰਾ, ਛੋਟਾ ਜਿਹਾ ਝਰਨਾ, ਤੇ ਤੁਰਦਾ 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 ਕਿੱਡਾ ਦਰਿਆ ਬਣ ਜਾਂਦਾ। ਇਸੇ ਤਰ੍ਹਾਂ ਛੋਟੀ ਜੀ ਇੱਛਾ, ਹੋਰ ਇੱਛਾ, ਇੱਛਾਵਾਂ ਦੇ ਫਿਰ ਵਹਿਣ ਦਰਿਆ ਤੁਰ ਪੈਂਦੇ ਨੇ ਜੀਵਨ ਦੇ ਅੰਦਰ। ਫਿਰ ਉੱਥੇ ਸੁੱਖ ਕਿੱਥੇ ਮਿਲਦਾ, ਆਨੰਦ ਕਿੱਥੇ ਉਸ ਜੀਵਨ ਦੇ ਵਿੱਚ ਮਿਲਦਾ, ਪਤਾ ਨਹੀਂ ਕਿੰਨੇ ਕੁ ਨੂੰ। ਇਸ ਵਾਸਤੇ ਇੱਛਾਵਾਂ ਵੱਧ ਗਈਆਂ, ਦੁੱਖ ਵੱਧ ਗਏ, ਪਾਪ ਵੱਧ ਗਏ, ਦੁੱਖ ਵੱਧ ਜਾਂਦੇ ਨੇ। ਸਤਿਗੁਰ ਨੇ ਤਾਂ ਹੀ ਕਿਹਾ ਰੱਬ ਦੇ ਪਿਆਰੇ ਅੰਦਰ ਪਾਪ ਵੀ ਨਹੀਂ ਤੇ ਦੁੱਖ ਵੀ ਨਹੀਂ। ਸੁਣਿਆ ਦੁੱਖ ਪਾਪ ਕਰਨ ਵਿੱਚ। ਦੁੱਖ ਜਿੰਨੇ ਨੇ ਪਾਪ ਚੋਂ, ਜੇ ਸਾਡੇ ਅੰਦਰ ਦੁੱਖ ਨੇ ਮਾਫ ਕਰਨ, ਇਹਦਾ ਅਰਥ ਹੈ ਕਿਤੇ ਨਾ ਕਿਤੇ ਕੋਈ ਪਾਪ ਲੁਕਿਆ ਹੋਇਆ ਹੈ। ਪਾਪ ਦਾ ਅਰਥ ਹੈ ਅੰਦਰ ਦੀ ਮਲੀਨਤਾ, ਮੈਲਾ। ਪਾਪ ਦਾ ਅਰਥ ਹੈ ਅੰਦਰ ਦੀ ਬੇਸਮਝੀ। ਤੇ ਜੇ ਦੁੱਖ ਪ੍ਰਗਟ ਹੋ ਰਿਹਾ ਹੈ
ਧਰਤੀ 'ਚੋਂ ਕੋਈ ਬੀਜ ਉੱਗ ਰਿਹਾ ਕਿਉਂਕਿ ਉਹਦੀ ਹੋਂਦ ਸੀ ਵਿੱਚ, ਤਾਂ ਹੀ ਉਹ ਬੂਟਾ ਉੱਗਿਆ। ਕੋਈ ਦੁੱਖ ਪ੍ਰਗਟ ਹੋ ਰਿਹਾ, ਉਹਦਾ ਕੋਈ ਨਾ ਕੋਈ ਬੀਜ ਅਸਲਾ ਸਾਡੇ 'ਚ ਮੌਜੂਦ ਹੈ। ਸੋ ਦੁੱਖ ਸਾਡੀਆਂ ਆਸਾਵਾਂ, ਸਾਡੀਆਂ ਇੱਛਾਵਾਂ, ਸਾਡੇ ਪਾਪ, ਸਾਡੇ ਲੋਭ, ਸਾਡੀ ਅਗਿਆਨਤਾ। ਸੁੱਖ ਮਾਲਕ ਦੀ ਦਾਤ ਹੈ, ਇਹ ਕਰਤੇ ਦੀ ਦਾਤ ਹੈ। ਤੇ ਸਾਰੇ ਸੁੱਖਾਂ ਦਾ ਦਾਤਾ ਵਾਹਿਗੁਰੂ। ਜਿੰਨੇ ਸੁੱਖ ਨੇ, ਜਿੰਨੀਆਂ ਨਿਆਮਤਾਂ ਨੇ, ਵਾਹਿਗੁਰੂ ਵੱਲੋਂ ਆਉਂਦੀਆਂ ਨੇ। ਜਿਵੇਂ ਜਿੰਨਾ ਪਾਣੀ ਹੈ ਸਮੁੰਦਰ ਵੱਲੋਂ ਆਉਂਦਾ, ਜਿੰਨਾ ਪਾਣੀ ਹੈ। ਜਿੰਨਾ ਪ੍ਰਕਾਸ਼ ਹੈ ਸੂਰਜ ਕੋਲੋਂ ਆਉਂਦਾ ਹੈ। ਜਿੰਨੀਆਂ ਵਸਤਾਂ ਨੇ ਧਰਤੀ ਕੋਲੋਂ ਆਉਂਦੀਆਂ ਨੇ। ਸਾਹਿਬ ਜੀ ਕਹਿੰਦੇ ਜਿੰਨੇ ਸੁੱਖ ਹੈ ਵਾਹਿਗੁਰੂ ਤੇਰੇ ਵੱਲੋਂ ਆਉਂਦੇ। ਤੂੰ ਕਰਤਾ ਹੈ, ਦਾਤਾ ਹੈ, ਸਭ ਸੁਖ ਦਾਤਾ ਰਾਮ ਹੈ, ਦੂਸਰ ਨਾ ਹਿਨ ਕੋਇ। ਕੋਈ ਦੂਜਾ ਨਹੀਂ। ਜਿੰਨਾ ਸਕੂਨ, ਜਿੰਨਾ ਸੁੱਖ ਉਸ ਮਾਲਕ ਦੀ ਸ਼ਰਨ ਵਿੱਚ ਆਉਂਦਾ, ਗੁਰੂ ਦੀ ਸ਼ਰਨ ਵਿੱਚ ਆਉਂਦਾ। ਸਰਬ ਸੁੱਖਾਂ ਕਾ ਦਾਤਾ ਸਤਿਗੁਰ ਤਾਕੀ ਸ਼ਰਣੀ ਪਾਈ। ਆ ਗੁਰੂ ਸਰਬ ਸੁੱਖਾਂ ਦਾ ਦਾਤਾ। ਇਸ ਤੋਂ ਬਿਨਾਂ ਕੋਈ ਹੋਰ ਨਹੀਂ ਜਿਸ ਦੀ ਆਪਾਂ ਆਸ ਰੱਖ ਸਕੀਏ ਜੀਵਨ ਦੇ ਅੰਦਰ। ਕਹੋ ਨਾਨਕ ਸੁਨ ਰੇ ਮਨਾ, ਤਿਹ ਸਿਮਰਤ ਗਤ ਹੋਵੇ। ਗਤ, ਗਤੀ, ਸਪੀਡ ਕਹਿ ਲਈ। ਗਤ ਅਵਸਥਾ, ਗਤ ਮੁਕਤੀ। ਆਪਾਂ ਕਹਿੰਦੇ ਫਲਾਣੇ ਦੀ ਗਤੀ ਕਰਾਉਣ ਚੱਲੇ ਹਾਂ, ਮੁਕਤੀ। ਇੱਥੇ ਗਤ ਦੇ ਅਰਥ ਨੇ ਅਵਸਥਾ। ਤੇ ਜਿੱਥੇ ਅਵਸਥਾ ਗੁਰੂ ਨੇ ਬਖਸ਼ੀ ਉੱਥੇ ਮੁਕਤੀ ਹੋਏ। ਅਵਸਥਾ ਕਰਕੇ ਆਪਾਂ ਮੁਕਤ ਹਾਂ। ਸਾਡੀ ਮੁਕਤੀ ਵੀ ਉਹ ਅਵਸਥਾ ਕਰਕੇ ਹੈ ਜਿਹੜੀ ਸਤਿਗੁਰਾਂ ਨੇ ਸਾਨੂੰ ਬਖਸ਼ੀ ਹੈ। ਗੁਰ ਕਿਰਪਾ ਜੇ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਨੀ ਸੰਗ ਪਾਨੀ। ਕੋਈ ਬੰਧਨ ਨਹੀਂ ਰਹਿ ਗਿਆ, ਅਸਲੇ ਵਿੱਚ ਇਕਮਿਕ ਹੋ ਗਿਆ। ਸੋ ਜਿੱਥੇ ਮਾਲਕ ਦੀ ਸਿਫਤ ਹੈ, ਹੇ ਮਨ ਕਹੋ ਨਾਨਕ ਸੁਨ ਰੇ ਮਨਾ। ਹੇ ਮੇਰੇ ਮਨ ਤੂੰ ਸੁਣ, ਕਬੂਲ ਕਰ ਇਸ ਨੂੰ, ਪਕੜ ਇਸ ਗੱਲ ਨੂੰ। ਜਿਸ ਭਾਵ ਨੂੰ, ਜਿਸ ਗਿਆਨ ਨੂੰ, ਜਿਸ ਵਿਚਾਰ ਨੂੰ ਮਨ ਫੜਦਾ ਹੈ, ਉਹਦਾ ਪ੍ਰਭਾਵ ਸਾਡੇ ਕਰਮ 'ਤੇ ਪੈਣਾ ਹੀ ਪੈਣਾ, ਸਦਾ ਪਏ। ਤੇ ਮਨ ਇੱਕ ਅੰਦਰ ਦੀ ਡੂੰਘੀ ਵਸਤੂ। ਸਤਿਗੁਰ ਕਹਿੰਦੇ ਉੱਥੇ ਜਾ ਕੇ ਹੇ ਮਨ ਤੂੰ ਪਕੜ, ਸਮਝ। ਤੇ ਜਦੋਂ ਪਕੜੇਗਾ ਤੇ ਸਿਮਰਤ ਗਤ ਹੋਏ। ਸਿਮਰ ਕੇ ਮਾਲਕ ਨੂੰ, ਐਸੇ ਕਰਤੇ ਨੂੰ ਜਿਹਦੇ ਅੱਗੇ ਸਾਡਾ ਜ਼ੋਰ ਨਹੀਂ। ਜ਼ੋਰ ਨਾ ਜੀਵਨ, ਮਰਨ ਨਾ ਜ਼ੋਰ, ਜ਼ੋਰ ਨਾ ਰਾਜ ਮਾਲ ਮਨ ਸੋਰ, ਜ਼ੋਰ ਨਾ ਸੁਰਤੀ ਗਿਆਨ ਵਿਚਾਰ। ਕਈਆਂ ਨੇ ਧਿਆਨ ਲਾ ਕੇ ਜ਼ਬਰਦਸਤੀ ਨਹੀਂ। ਗੁਰਸਿੱਖੀ 'ਚ ਧਿਆਨ ਪ੍ਰੇਮ ਦਾ ਵਿਸ਼ਾ। ਜਿਸ ਕੱਲ੍ਹ ਮੈਂ ਬੇਨਤੀ ਕੀਤੀ ਸੀ, ਜਿੱਥੇ ਪ੍ਰੇਮ ਹੈ ਉੱਥੇ ਧਿਆਨ ਹੈ। ਸਤਿਗੁਰ ਕਹਿੰਦੇ ਨਹੀਂ, ਆਪਣੇ ਵੱਲੋਂ ਜਿੰਨੀਆਂ ਮਰਜ਼ੀ ਜੁਗਤੀਆਂ ਵਰਤ, ਤੇਰਾ ਧਿਆਨ ਨਹੀਂ ਲੱਗ ਸਕਦਾ। ਜ਼ੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜ਼ੋਰ। ਸਾਰੇ ਆਖੋ ਜਿਸ ਹੱਥ ਜ਼ੋਰ ਕਰ ਵੇਖੈ, ਸੋਏ ਨਾਨਕ ਉੱਤਮ ਨੀਚ ਨਾ ਹੋਏ। ਫਿਰ ਅਸੀਂ ਪਲੱਸ ਮਾਈਨਸ ਨਹੀਂ ਕਰਦੇ। ਸਦਾ ਹੀ ਸਾਡਾ ਮਨ ਹੈ ਜਿਹੜਾ ਉਹ ਕਰਦਾ ਰਹਿੰਦਾ ਪਲੱਸ ਮਾਈਨਸ ਦੂਜੇ ਪ੍ਰਤੀ। ਆਹ ਹੋਏਗਾ ਕਿ ਨਹੀਂ ਹੋਏਗਾ। ਗਿਣਤੀ ਮਿਣਤੀ ਦਾ ਅਰਥ ਇਹੀ ਹੈ। ਇਹੀ ਤੇ ਸਾਹਿਬ ਜੀ ਕਹਿੰਦੇ ਭਗਤਾਂ ਨੇ ਛੱਡ ਦਿੱਤੀ। ਬੁਣਨਾ ਤਣਨਾ ਸਭ ਤਜਿਓ ਹੈ ਕਬੀਰ। ਹੁਣ ਭਾਵੇਂ ਉਹ ਆਪਣੀ ਕਿਰਤ ਕਰਦੇ ਰਹੇ ਭਗਤ ਕਬੀਰ ਜੀ, ਇਹ ਨਹੀਂ ਕਿ ਉਹਨਾਂ ਨੇ ਆਪਣੀ ਕਿਰਤ ਛੱਡ ਦਿੱਤੀ। ਆਹ ਬੁਣਨਾ ਤਣਨਾ ਜਿਹੜਾ ਪਲੱਸ ਮਾਈਨਸ ਸਾਡੇ ਅੰਦਰ ਹੁੰਦਾ, ਸੰਕਲਪ ਵਿਕਲਪ, ਆਹ ਹੋਏਗਾ ਨਹੀਂ ਹੋਏਗਾ, ਆਹ ਚੰਗਾ, ਆਹ ਮਾੜਾ, ਆਹ ਮੇਰਾ, ਆਹ ਤੇਰਾ, ਇਹ ਜਿਹੜਾ ਚੱਲਦਾ ਰਹਿੰਦਾ। ਜਦੋਂ ਛੁੱਟ ਗਿਆ, ਜਿੱਥੇ ਇਹ ਜਾਣ ਲਿਆ ਵਾਹਿਗੁਰੂ ਤੇਰਾ ਜ਼ੋਰ, ਤੇਰੀ ਕਲਾ, ਤੇਰੀ ਸਮਰੱਥਾ, ਤੇਰਾ ਹੁਕਮ ਹੈ, ਤੇ ਸਤਿਗੁਰੂ ਜੀ ਕਹਿੰਦੇ ਉੱਥੇ ਉੱਚੀ ਅਵਸਥਾ ਬਣ ਗਈ। ਫਿਰ ਸਦਾ ਸੁੱਖ ਉਸ ਜੀਵਨ ਵਿੱਚ ਬਣ ਆਉਂਦਾ ਹੈ। ਜੇ ਸਿਮਰਤ ਗਤ ਪਾਈਐ, ਤਿਹ ਭਜ ਰੇ ਤੈ ਮੀਤ। ਕਹੋ ਨਾਨਕ ਸੁਨ ਰੇ ਮਨਾ,
ਔਦ ਘਟਤ ਹੈ ਨੀਤ। ਜਿਸ ਨੂੰ ਸਿਮਰ ਕੇ, ਸਾਰੇ ਆਖੋ ਸਤਨਾਮ ਸ਼੍ਰੀ। ਧਰਤੀ ਕੋਈ ਕਿਸਾਨ ਕਿਤਨੀ ਵੀ ਵਾਹੇ, ਕੁਝ ਵੀ ਉਹਦੇ 'ਚ ਖਾਦ ਪਾ ਲੈ, ਕਿਸਾਨ ਨੇ ਇੱਕ ਰਾਖਾ ਵੀ ਰੱਖ ਲਿਆ, ਕਿਸਾਨ ਨੇ ਵਾੜ ਵੀ ਲਾਤੀ, 1 ਮਹੀਨਾ ਲੰਘ ਗਿਆ, 2 ਮਹੀਨੇ ਲੰਘ ਗਏ, 3 ਮਹੀਨੇ ਲੰਘ ਗਏ, ਬੜਾ ਹੈਰਾਨ ਹੋਇਆ ਵੀ ਫਸਲ ਤੇ ਕੋਈ ਪੈਦਾ ਨਹੀਂ ਹੋਈ। ਕਿਸੇ ਸਿਆਣੇ ਨੂੰ ਕਹਿਣ ਲੱਗਾ ਵੀ ਮੈਂ ਧਰਤੀ ਵਾਹੀ ਵੀ ਹੈ, ਖਾਦ ਵੀ ਪਾਈ ਹੈ, ਰਾਖਾ ਵੀ ਰੱਖਿਆ ਹੈ, ਵਾੜ ਵੀ ਕੀਤੀ ਹੈ, ਫਸਲ ਫੇਰ ਵੀ ਨਹੀਂ। ਉਹਨੇ ਕਿਹਾ ਵੀ ਬੀਜ ਕਿਹੜਾ ਪਾਇਆ? ਕਹਿੰਦਾ ਬੀਜ ਤੇ ਪਾਉਣਾ ਭੁੱਲ ਹੀ ਗਿਆ। ਇਸੇ ਤਰ੍ਹਾਂ ਜੀਵਨ ਅੰਦਰ ਜੈਸੇ ਧਰਤੀ ਸਾਧਾ ਬਹੁ ਬਿਨ ਬੀਜੈ ਨਹੀਂ ਜਾਮੈ। ਬਹੁਤ ਤਰੀਕਿਆਂ ਨਾਲ ਧਰਤੀ ਸਾਧ ਲਈ, ਵਾਹ ਲਈ, ਵਰਤ ਲੈ, ਬਿਨ ਬੀਜੈ ਨਹੀਂ ਜਾਮੈ। ਰਾਮ ਨਾਮ ਬਿਨ ਮੁਕਤ ਨਾ ਹੋਈ ਹੈ, ਟੂਟੈ ਨਾ ਹੀ ਅਭਿਮਾਨੈ। ਸਤਿਗੁਰੂ ਜੀ ਕਹਿੰਦੇ ਇਸੇ ਤਰ੍ਹਾਂ ਉਹਦੇ ਤੋਂ ਬਿਨਾਂ ਮੁਕਤੀ ਨਹੀਂ। ਮੂਲ ਹੈ ਸਾਡਾ ਉਹ ਮੁਕਤੀ ਦਾ। ਤੇ ਕੋਈ ਬੰਦਾ ਚਾਹੇ, ਸਤਿਗੁਰ ਨੇ ਫਿਰ ਬਚਨ ਕਹੇ, ਬੜੇ ਸੌਖੇ ਬਚਨ ਨੇ ਬਾਣੀ ਦੇ। ਕੋਈ ਬੰਦਾ ਚਾਹੁੰਦਾ ਹੈ ਮੈਨੂੰ ਛਾਂ ਵੀ ਮਿਲ ਜਾਏ, ਕੋਈ ਬੰਦਾ ਚਾਹੁੰਦਾ ਹੈ ਮੈਨੂੰ ਫਲ ਵੀ ਮਿਲ ਜਾਣ, ਕੋਈ ਬੰਦਾ ਚਾਹੁੰਦਾ ਹੈ ਮੈਨੂੰ ਲੱਕੜ ਵੀ ਮਿਲ ਜਾਏ, ਪਰ ਜੜ ਹੈ ਕੋਈ ਨਹੀਂ, ਬੀਜ ਹੈ ਕੋਈ ਨਹੀਂ। ਉਹ ਕਿਵੇਂ ਹੋ ਸਕਦਾ ਹੈ? ਮੂਲ ਬਿਨਾ ਸ਼ਾਖਾ ਕਤਾ ਹੈ। ਹਰ ਸਿਮਰਨ ਛੋੜ ਪਰਮਗਤ ਚਾਹੈ। ਜਿਹੜਾ ਅਸਲ ਸਿਮਰਨ ਨੂੰ, ਉਹਦੀ ਯਾਦ ਨੂੰ, ਚੇਤੇ ਨੂੰ ਭੁਲਾ ਕੇ ਸੁੱਖ ਚਾਹੇ ਵੀ ਸ਼ਾਇਦ ਆਹ ਕਰਮ ਕਰ ਲਵਾਂ ਮੈਂ ਸੁੱਖ ਮਿਲ ਜਾਏਗਾ, ਆਹ ਕਰਮ ਕਰ ਲਵਾਂ ਸੁੱਖ ਮਿਲ ਜਾਏਗਾ, ਉਹਦੇ ਚੇਤੇ ਨੂੰ, ਯਾਦ ਨੂੰ ਭੁਲਾ ਦਿੱਤਾ। ਉਹ ਤਾਂ ਇਸੇ ਤਰ੍ਹਾਂ ਹੈ ਜਿਵੇਂ ਕੋਈ ਮੂਲ ਤੋਂ ਬਿਨਾਂ ਸ਼ਾਖਾਵਾਂ ਦੀ ਆਸ ਲਾਈ ਬੈਠਾ ਹੋਵੇ। ਨਹੀਂ ਹੋ ਸਕਦਾ। ਪਹਿਲੋਂ ਜੜ ਚਾਹੀਦੀ ਹੈ। ਪਹਿਲੋਂ ਦੇ ਜੜ ਅੰਦਰ ਜੰਮੈ, ਤਾਂ ਉੱਪਰ ਹੋਵੇ ਛਾਂ। ਸਤਿਗੁਰ ਕਹਿੰਦੇ ਪਹਿਲੋਂ ਜੜ ਹੋਏਗੀ, ਛਾਂ ਬਾਅਦ 'ਚ ਹੈ। ਪਹਿਲੋਂ ਜੜ ਤੇਰਾ ਸਿਮਰਨ ਹੈ, ਫਿਰ ਦੁਨੀਆ ਦੇ ਪਦਾਰਥਾਂ ਦੀ ਛਾਂ। ਇਹ ਕਰਾਉਣ ਹੈ ਕੋਈ ਗੱਲ ਨਹੀਂ, ਰੂਟ ਤੇ ਚਾਹੀਦੀ, ਜੜ ਤੇ ਚਾਹੀਦੀ ਹੈ ਪਹਿਲੋਂ। ਫਿਰ ਪਦਾਰਥ ਵੀ ਮਾੜੇ ਨੇ। ਫਿਰ ਉਦਮ ਕਰਿੰਦਿਆਂ ਜੀਓ ਤੂੰ ਕਮਾਵੰਦਿਆਂ ਸੁਖ ਪੁੰਜ। ਧਿਆਏਂਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ। ਦੋਨੋਂ ਪਾਸੇ ਉਦਮ ਰਹੇ। ਸੰਸਾਰ ਦਾ ਉਦਮ ਕਰੀ ਤੇ ਦੁਨੀਆ ਦਾ ਉਦਮ ਯਾਦ ਰੱਖਿਓ, ਚਿੰਤਾ ਪੈਦਾ ਕਰਦਾ, ਜ਼ਰੂਰ ਪੈਦਾ ਕਰੇਗਾ। ਟੈਨਸ਼ਨ ਹੁੰਦੀ ਹੈ। ਜਿੱਡਾ ਖਲਾਰਾ ਵੱਧ ਗਿਆ ਓਡੀ ਚਿੰਤਾ ਵੱਧ ਜਾਂਦੀ ਹੈ। ਜਿੱਡੀ ਮਾਲਕੀਅਤ ਵੱਧਦੀ ਹੈ ਬੰਦੇ ਨੂੰ, ਦੁੱਖ ਵੀ ਓਡਾ ਵੱਡਾ ਵੱਧ ਜਾਂਦਾ ਹੈ। ਇਹਦਾ ਇਲਾਜ ਸਤਿਗੁਰੂ ਨੇ ਸਾਨੂੰ ਦੱਸਿਆ ਵੀ ਸੰਸਾਰ ਦਾ ਉਦਮ ਨਾਲ ਕਰਤੇ ਦੇ ਚਿੰਤਨ ਦਾ ਉਦਮ। ਉਦਮ ਕਰਿੰਦਿਆਂ ਜੀਓ ਤੂੰ ਕਮਾਵੰਦਿਆਂ ਸੁਖ ਪੁੰਜ। ਕਮਾ ਸੁਖ ਪੁੰਜ। ਧਿਆਏਂਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ। ਫਿਰ ਸੰਸਾਰ ਦਾ ਉਦਮ ਕਰਦਿਆਂ ਤੇਰੇ 'ਚ ਚਿੰਤਾ ਨਹੀਂ ਹੋਏਗੀ ਕੋਈ ਗੱਲ ਨਹੀਂ, ਵਾਹਿਗੁਰੂ ਆ ਵੀ ਤੇਰੀ ਰਜ਼ਾ। ਜੇ ਕੱਲਾ ਉਦਮ ਹੈ ਦੁਨੀਆ ਦਾ ਹੈ ਸਾਡੇ ਕੋਲ, ਫਿਰ ਉਹ ਧੰਦਾ ਰਹਿ ਜਾਣਾ ਹੈ। ਜੇ ਰੱਬ ਦੀ ਯਾਦ ਹੈ ਫਿਰ ਉਹ ਕਿਰਤ ਬਣ ਜਾਣਾ। ਧੰਦਾ ਤੇ ਕਿਰਤ ਕੀ ਹੈ ਤੇ ਇੱਕੋ ਹੀ। ਬਿਜ਼ਨਸ ਤੇ ਇੱਕੋ ਜਿਹਾ ਹੀ ਹੈ, ਖੇਤੀਬਾੜੀ ਤੇ ਇੱਕੋ ਜਿਹੀ ਹੈ, ਦੁਕਾਨਾਂ ਤੇ ਇੱਕੋ ਜਿਹੀਆਂ ਨੇ, ਵਪਾਰ ਤੇ ਇੱਕੋ ਜਿਹਾ ਹੀ ਹੈ ਬਾਜ਼ਾਰ ਵਿੱਚ। ਧੰਦੇ ਤੇ ਕਿਰਤ ਦਾ ਫਰਕ ਹੀ ਹੈ। ਧੰਦਾ ਕਰਤਿਆਂ ਨਿਫਲ ਜਨਮ ਗਵਾਇਆ। ਕਿਉਂਕਿ ਜਿਸ ਉਦਮ, ਜਿਸ ਕਰਮ ਦੇ ਵਿੱਚ ਉਸ ਕਰਤੇ ਦਾ ਸ਼ੁਕਰਾਨਾ, ਉਹਦੀ ਯਾਦ ਨਹੀਂ, ਉਹ ਧੰਦਾ ਹੈ। ਜਿਹਦੇ ਵਿੱਚ ਉਹਦੀ ਯਾਦ ਹੈ ਉਹ ਕਿਰਤ ਬਣ ਜਾਂਦਾ। ਉਹ ਕਿਰਤ ਸਫਲੀ ਹੈ ਨਾ ਫਿਰ ਰੱਬ ਦੇ ਪਿਆਰੇ ਤੇ। ਤੇ ਜੇ ਸਤਿਗੁਰੂ ਜੀ ਕਹਿੰਦੇ ਨੇ ਸਿਮਰਤ, ਜਿਸ ਨੂੰ ਸਿਮਰਿਆ ਗਤ ਪਾਈ, ਉੱਚੀ ਅਵਸਥਾ ਮਿਲਣੀ ਹੈ ਸਾਨੂੰ। ਜਿਹੜਾ ਸਾਡਾ ਮੂਲ, ਫਿਰ ਬੜੀ ਉੱਚੀ ਅਵਸਥਾ ਰਹੀ ਗੁਰਮੁਖ ਦੀ, ਸਦਾ ਹੀ ਬਣੀ ਰਹੀ। ਅੱਜ ਲੋਕ ਇਕੱਠੇ ਹੋ ਗਏ, ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸਿੱਖ ਪਰਮਗਤ ਕੀ, ਲੋਕ ਇਕੱਠੇ ਹੋਏ ਤੇ ਸਾਰੇ ਲੋਕ ਜਦੋਂ ਇਕੱਠੇ ਹੋਏ ਤੇ ਉਸ ਗੁਰੂ ਕੇ ਪਿਆਰੇ ਨੇ ਉਹਨਾਂ ਨੂੰ 5 ਦਮੜੇ ਦਿੱਤੇ
ਕਹਿਣ ਲੱਗੇ ਧਰਮਸ਼ਾਲਾ 'ਚ ਜਾ ਕੇ ਕੜਾਹ ਪ੍ਰਸ਼ਾਦ ਕਰਕੇ ਆਪਾਂ ਅਰਦਾਸ ਕਰਦੇ। ਉਹ ਲੋਕ ਚਿੱਟੇ ਕੱਪੜੇ ਪਾ ਕੇ ਆਏ ਸੀ, ਕਹਿੰਦੇ ਅਸੀਂ ਤੇ ਅਫਸੋਸ ਕਰਨ ਆਏ ਹਾਂ, ਤੁਹਾਡਾ ਜਵਾਨ ਪੁੱਤਰ ਮਰ ਗਿਆ ਭਾਈ ਭਿਖਾਰੀ, ਤੇਰਾ ਤੇ ਜਵਾਨ ਪੁੱਤ ਮਰ ਗਿਆ, ਕੱਲ ਵਿਆਹ ਕੀਤਾ ਅੱਜ ਪੁੱਤ ਮਰ ਗਿਆ, ਅਸੀਂ ਅਫਸੋਸ ਕਰਨ ਆਏ ਹਾਂ। ਉਹ ਕਹਿਣ ਲੱਗਾ ਯਾਦ ਰੱਖਿਓ, ਜਦੋਂ ਮੇਰੇ ਘਰ ਇਹ ਪੁੱਤਰ ਜੰਮਿਆ ਸੀ ਨਾ, ਉਦੋਂ ਵੀ ਤੁਸੀਂ ਆਏ ਸੀ ਵਧਾਈ ਦੇਣ, ਤੇ ਜਦੋਂ ਤੁਸੀਂ ਵਧਾਈ ਦੇਣ ਆਏ ਸੀ ਉਦੋਂ ਵੀ ਮੈਂ ਤੁਹਾਨੂੰ 5 ਦਮੜੇ ਦੇ ਕੇ ਤੇ ਇਹੀ ਗੱਲ ਕਹੀ ਸੀ ਵੀ ਚਲੋ ਧਰਮਸ਼ਾਲਾ 'ਚ ਕੜਾਹ ਪ੍ਰਸ਼ਾਦ ਕਰਕੇ ਅਰਦਾਸ ਕਰੀਏ। ਜੇ ਅੱਜ ਉਹ ਹੈ ਨਹੀਂ ਤੇ ਅੱਜ ਵੀ ਮੈਂ ਇਹੀ ਗੱਲ ਕਹਿਣਾ ਵੀ ਚਲੋ ਧਰਮਸ਼ਾਲਾ 'ਚ ਜਾ ਕੇ ਕੜਾਹ ਪ੍ਰਸ਼ਾਦ ਕਰਾ ਕੇ ਅਰਦਾਸ ਕਰ। ਵੇਖੋ ਗੁਰਮੁਖ ਦੀ ਅਵਸਥਾ ਸਮ ਹੈ, ਇਹਨੂੰ ਕਹਿੰਦੇ ਨੇ ਸਹਿਜ, ਇਹਨੂੰ ਕਹਿੰਦੇ ਨੇ ਚੌਥੀ ਅਵਸਥਾ, ਚੌਥਾ ਪਦ, ਤੁਰਿਆ ਪਦ, ਸਹਿਜ ਅਵਸਥਾ, ਆਨੰਦ ਸਿਰਮੌਰ ਅਵਸਥਾ ਹੈ ਸਿੱਖੀ ਦੇ ਅੰਦਰ। ਸਹਿਜ ਆਨੰਦ ਸਿਰਮੌਰ ਅਵਸਥਾ ਹੈ। ਆਨੰਦ ਸਰੀਰ ਦਾ ਵਿਸ਼ਾ ਨਹੀਂ, ਸਰੀਰ ਦਾ ਵਿਸ਼ਾ ਸੁੱਖ ਹੈ, ਆਨੰਦ ਮਨ ਆਤਮ ਦਾ ਵਿਸ਼ਾ। ਤਨ ਕਰਕੇ ਸੁਖੀ ਆਪਾਂ, ਮਨ ਆਤਮ ਕਰਕੇ ਆਪਾਂ ਆਨੰਦ ਵਿੱਚ ਹੁੰਦੇ ਹਾਂ। ਸੁੱਖ ਦੁੱਖ ਵਿੱਚ ਬਦਲਦੇ ਨੇ, ਜਨਮ ਮਰਨ ਵਿੱਚ ਬਦਲਦਾ ਹੈ, ਵਾਧਾ ਘਾਟੇ ਵਿੱਚ ਬਦਲਦਾ ਹੈ, ਤੰਦਰੁਸਤੀ ਰੋਗ ਵਿੱਚ ਬਦਲ ਜਾਂਦੀ ਹੈ ਬਹੁਤ ਵਾਰ, ਪਰ ਆਨੰਦ ਵਿੱਚ ਕੋਈ ਚੇਂਜ ਨਹੀਂ ਆਉਂਦਾ। ਅੱਜ ਬਹੁਤ ਵੱਡੀ ਦਾਤ ਰੱਬ ਦੇ ਘਰੋਂ ਮਿਲੀ ਤੇ ਬੰਦਾ ਸਭ ਤੋਂ ਵੱਧ ਖੁਸ਼ ਹੋਏ, ਆਵਾਜ਼ ਆਉਂਦੀ ਹੈ ਮਾਂ। ਅੱਜ ਰੱਬ ਨੇ ਰਹਿਮ, ਭਾਵੇਂ ਉਹ ਗੁਰਦੇਵ ਦੀ ਅਵਸਥਾ ਸਮ ਸਦਾ ਸਮ ਹੈ, ਅੱਜ ਕਰਤੇ ਨੇ ਖੈਰ ਪਾਈ ਝੋਲੀ 'ਚ। ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਮਾਂ ਅੱਜ ਬਹੁਤ ਵੱਡੀ ਅਵਸਥਾ ਰੱਬ ਨੇ ਮੈਨੂੰ ਦੇ ਦਿੱਤੀ ਹੈ। ਪੁੱਤ ਕਿਹੜੀ ਦਿੱਤੀ ਹੈ? ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿ ਸੇਤੀ, ਮਨ ਵਜੀਆਂ ਵਾਧਾਈਆਂ। ਫਿਰ ਵਾਧਾ ਹੀ ਵਾਧਾ ਉੱਥੇ, ਜਦੋਂ ਮਨ ਆਨੰਦ ਮਨ ਦਾ ਵਿਸ਼ਾ। ਤੇ ਹੋਰ ਮੈਂ ਬੇਨਤੀ ਕਰਾਂ, ਸੁੱਖ ਸਮੂਹਕ ਨੇ ਸਾਡੇ, ਜਿਹੜੇ ਸਾਡੇ ਸੁੱਖ ਨੇ ਨਾ ਉਹ ਸਾਂਝੇ ਨੇ। ਘਰ 'ਚ ਪਿਓ ਨੇ ਕਾਰ ਲਿਆਂਦੀ, ਪੁੱਤ ਭਜਾਈ ਫਿਰਦੇ। ਕੋਠੀ ਬਾਪੂ ਨੇ ਬਣਾਈ ਤੇ ਉਹਦੇ 'ਚ ਰਹਿਣ ਦਾ ਸੁੱਖ ਧੀ ਵੀ ਮਾਣਦੀ ਹੈ, ਪੁੱਤ ਵੀ ਮਾਣਦਾ ਹੈ, ਪਤੀ ਵੀ ਮਾਣਦਾ ਹੈ, ਪਤਨੀ ਵੀ ਮਾਣਦੀ ਹੈ। ਸੁੱਖ ਸਮੂਹਕ ਨੇ, ਆਨੰਦ ਸਮੂਹਕ ਨਹੀਂ ਹੁੰਦਾ, ਯਾਦ ਰੱਖਿਓ। ਹੋ ਸਕਦਾ ਇੱਕ ਘਰ ਵਿੱਚ ਸਾਰੇ ਜੀਅ ਸੁਖੀ ਹੋਣ, ਪਰ ਆਨੰਦ ਵਿੱਚ ਸਾਰੇ ਜੀਅ ਨਹੀਂ ਹੋ ਸਕਦੇ। ਹੋ ਸਕਦਾ ਮਾਂ ਆਨੰਦ ਵਿੱਚ ਹੋਏ, ਬਾਕੀ ਪਰਿਵਾਰ ਨਾ ਹੋਵੇ। ਹੋ ਸਕਦਾ ਪੁੱਤ ਆਨੰਦ ਵਿੱਚ ਹੋਏ, ਬਾਕੀ ਮਾਂ ਨਾ ਹੋਏ, ਜਿਵੇਂ ਬਾਬਾ ਨਾਮਦੇਵ ਜੀ, ਬਾਬਾ ਧਰੂ ਜੀ, ਬਾਬਾ ਪ੍ਰਹਲਾਦ ਜੀ। ਆਨੰਦ ਨਿੱਜੀ ਹੈ ਤੇ ਨਿੱਜੀ ਤੌਰ 'ਤੇ ਹੀ ਆਪਾਂ ਉਸ ਨੂੰ ਮਾਣ ਸਕਦੇ ਹਾਂ। ਤੇ ਜੇ ਇਹ ਚਾਹੁੰਦੇ ਹਾਂ, ਇਹ ਅਵਸਥਾ ਚਾਹੁੰਦੇ ਹਾਂ ਜੀਵਨ ਦੀ, ਮੁਕਤੀ ਦੀ, ਜਿੱਥੇ ਸਹਿਜ, ਮੁਕਤੀ ਦਾ ਅਰਥ ਹੈ ਆਨੰਦ, ਮੁਕਤੀ ਦਾ ਅਰਥ ਹੈ ਸਹਿਜ, ਮੁਕਤੀ ਦਾ ਅਰਥ ਹੈ ਖਲਾ, ਮੁਕਤੀ ਦਾ ਅਰਥ ਹੈ ਜਿੱਥੇ ਪਕੜ ਨਹੀਂ ਹੈ, ਮਾਲਕੀਅਤ ਨਹੀਂ ਹੁਣ ਮੇਰੀ, ਮਾਲਕੀਅਤ ਰੱਬਾ ਤੇਰੀ ਹੈ, ਮੈਂ ਓਨਰ ਨਹੀਂ ਹਾਂ, ਓਨਰ ਤੂੰ ਹੀ ਹੈ। ਠੀਕ ਹੈ, ਜੋ ਮਿਲਿਆ। ਆ ਤੁਸੀਂ ਪੜ੍ਹੇ ਲਿਖੇ ਜ਼ਿਆਦਾ ਹੋ, ਮੈਂ ਪੜ੍ਹ ਰਿਹਾ ਸਾਂ ਅਮਰੀਕਾ ਦਾ, ਵੈਸੇ ਅਫਰੀਕਾ ਮੂਲ ਦਾ ਸੀ ਉਹ, ਆਰਥਰ ਐਸ਼, ਤੁਸੀਂ ਸੁਣਿਆ ਹੋਣਾ ਸ਼ਾਇਦ, ਟੈਨਿਸ ਦਾ ਖਿਲਾੜੀ, ਦੁਨੀਆ ਦਾ ਨੰਬਰ 1। ਅੱਜ ਰੋਗ ਲੱਗ ਗਿਆ। ਅੱਜ ਕਈ ਅਫਸੋਸ ਕਰਨ ਆਏ, ਕਹਿੰਦਾ ਨਾ ਭਾਈ ਅਫਸੋਸ ਨਾ ਕਰ। ਕਿਉਂ? ਰੋਗ ਲੱਗ ਗਿਆ, ਸ਼ਾਇਦ ਹੁਣ ਤੁਸੀਂ ਬਚੋਗੇ ਜਾਂ ਨਾ ਬਚੋਗੇ। ਕਹਿਣ ਲੱਗਾ ਵੇਖੋ ਦੁਨੀਆ ਦੇ ਅੰਦਰ, ਸਾਰੀ ਦੁਨੀਆ 'ਚ ਜੇ ਲਗਭਗ ਵੇਖੀਏ 50 ਕਰੋੜ ਦੇ ਲਗਭਗ ਬੱਚੇ ਨੇ ਜਿਹੜੇ ਉਹ ਟੈਨਿਸ ਖੇਡਣਾ ਸ਼ੁਰੂ ਕਰਦੇ ਨੇ, ਪਰ ਸਿੱਖ ਦੇ ਇਕੱਲੇ 50 ਲੱਖ ਨੇ। 50 ਲੱਖ ਵਿੱਚੋਂ ਵੀ ਕੋਰਟ ਵਿੱਚ ਜਿਹੜੇ ਜਾਂਦੇ ਨੇ ਉਹ ਲਗਭਗ 50,000 ਹੁੰਦੇ ਨੇ। 50,000 ਚੋਂ ਵੀ ਜਿਹੜੇ ਦੇਸ਼ ਪੱਧਰ 'ਤੇ ਖੇਲਦੇ ਨੇ ਉਹ 5,000 ਹੁੰਦੇ ਨੇ। ਜਿਹੜੇ ਵਿਸ਼ਵ ਦੇ ਪੱਧਰ 'ਤੇ ਖੇਡਦੇ ਨੇ ਉਹ 500 ਦੇ ਕਰੀਬ, ਤੇ ਉਹਨਾਂ ਵਿੱਚੋਂ ਵੀ 4 ਜਾਣੇ ਸੈਮੀਫਾਈਨਲ 'ਚ ਜਾਂਦੇ ਨੇ।
2 ਜਾਣੇ ਫਾਈਨਲ 'ਚ ਜਾਂਦੇ ਨੇ, 1 ਜਾਣਾ ਜਿੱਤਦਾ। ਕਹਿਣ ਲੱਗਾ ਜੇ 50 ਕਰੋੜ ਵਿੱਚੋਂ ਰੱਬ ਨੇ ਮੈਨੂੰ ਜੇਤੂ ਬਣਾਇਆ, ਉਹ ਦਾਤ ਖੁਦਾ ਨੇ ਦਿੱਤੀ ਸੀ, ਤਾਂ ਵੀ ਉਹਦਾ ਭਲਾ। ਜੇ ਅੱਜ ਰੋਗ ਮਿਲ ਗਿਆ ਤਾਂ ਵੀ ਉਹਦਾ ਭਲਾ। ਸ਼ੁਕਰ ਹੈ, ਜਦੋਂ ਮਿਲਦਾ ਅਸੀਂ ਹੋਰ ਤਰ੍ਹਾਂ ਹੁੰਨੇ, ਜਦੋਂ ਖੁੱਸਦਾ ਅਸੀਂ ਹੋਰ। ਸਾਡਾ ਬਸ ਇਹੀ ਫਰਕ ਹੋ ਜਾ ਮਿਲੇ। ਅੱਜ ਜਦੋਂ ਪਾਠ ਰਖਾਉਣਾ ਉਦੋਂ ਸਾਡੀ ਸ਼ਰਧਾ ਹੋਰ ਹੁੰਦੀ ਹੈ, ਜਦੋਂ ਭੋਗ ਪੈਂਦਾ ਉਦੋਂ ਕਹਿੰਦੇ ਭਾਈ ਸਾਹਿਬ ਜੀ ਆਪ ਹੀ ਲੈ ਜਾਓ ਤੁਸੀਂ ਗੁਰੂ ਗ੍ਰੰਥ ਸਾਹਿਬ, ਅਸੀਂ ਰਿਸ਼ਤੇਦਾਰ ਸਾਂਭਣੇ। ਸਾਡੀ ਤੇ ਸ਼ਰਧਾ 3 ਦਿਨਾਂ 'ਚ ਹੀ ਬਦਲ ਜਾਂਦੀ ਹੈ। ਮਾਫ਼ ਕਰ, ਕੰਮ ਹੋ ਗਿਆ ਨਾ, ਹੁਣ ਮੁੰਡਾ ਵਿਆਹ ਆ ਗਿਆ, ਹੁਣ ਕੀ ਲੋੜ ਹੈ, ਬਸ ਕੰਮ ਖਤਮ। ਨਹੀਂ, ਐਸਾ ਨਹੀਂ ਚਾਹੀਦਾ। ਨਿਰੰਤਰਤਾ ਚਾਹੀਦੀ ਸਾਡੇ ਕਰਮ ਦੇ ਵਿੱਚ। ਧਰਮ ਦੇ ਤਾਂ ਹੀ ਇੱਕ ਸਤਿਗੁਰੂ ਨੇ ਸਾਨੂੰ ਨਿਤਨੇਮ ਦਾ ਨੇਮ ਬਖਸ਼ਿਆ, ਸੰਗਤ ਦਾ ਨੇਮ ਬਖਸ਼ਿਆ। ਭਾਗਾਂ ਵਾਲੇ ਹੋ ਜਿਹੜੇ ਤੁਸੀਂ ਜੁੜਦੇ ਹੋ ਗੁਰੂ ਕੋਲ ਆ ਕੇ। ਇਹ ਨਿਰੰਤਰਤਾ ਸਾਡੇ ਕਰਮ ਦੇ ਵਿੱਚ। ਜੇ ਸੰਸਾਰ ਵਿੱਚ ਹੈ ਉਤਸ਼ਾਹ ਹੈ, ਇੱਥੇ ਵੀ ਉਤਸ਼ਾਹ ਬਣਿਆ ਰਹਿਣਾ ਚਾਹੀਦਾ ਹੈ, ਤਾਂ ਜੋ ਤਨ ਦੇ ਸੁੱਖ ਮਿਲੇ, ਮਨ ਦਾ ਆਨੰਦ ਵੀ ਮਿਲਣਾ ਚਾਹੀਦਾ ਹੈ। ਸੁੱਖ ਸਮੂਹਕ ਨੇ, ਧਨ ਵੀ ਸਭਨਾਂ ਕੋਲ ਹੈ, ਚੀਜ਼ਾਂ ਵੀ ਸਭਨਾਂ ਕੋਲ ਹੈ, ਪਰ ਉਹ ਆਨੰਦ ਤੱਕ, ਸਹਿਜ ਤੱਕ ਕੋਈ ਵਿਰਲਾ ਜਾਣਦਾ ਹੈ। ਸੰਤੁਸ਼ਟੀ ਤੱਕ, ਵਿਗਾਸ ਤੱਕ, ਸ਼ੁਕਰਾਨੇ ਤੱਕ ਕੋਈ ਵਿਰਲਾ ਪਹੁੰਚਦਾ ਹੈ। ਕੱਲਾ ਧਨ, ਦੁਨੀਆ ਦੇ ਸੁੱਖ, ਇਹਨਾਂ ਵਿੱਚ ਗੁਜ਼ਾਰਾ ਨਹੀਂ ਹੋਣਾ। ਧਨ ਨਾਲ ਹੀ ਸਭ ਕੁਝ ਮਿਲਦਾ ਹੁੰਦਾ। ਮੇਰੇ ਖਿਆਲ ਜਿੰਨੇ ਆਪਾਂ ਬੈਠੇ ਹਾਂ, ਜਾਂ ਚੰਡੀਗੜ੍ਹ, ਮੋਹਾਲੀ, ਜੋ ਵੀ ਇਲਾਕਾ ਲਾ ਲਈਏ, ਰਾਵਣ ਤੋਂ ਵੱਡਾ ਤੇ ਕੋਈ ਅਮੀਰ ਨਹੀਂ ਨਾ ਹੋ ਸਕਦਾ। ਦੁਖੀ ਹੈ ਨਾ, ਲੰਕਾ ਗੜ੍ਹ ਸੋਨੇ ਕਾ ਪਿਆ, ਮੂਰਖ ਰਾਵਣ ਕਿਆ ਲੈ ਗਿਆ। ਜੇ ਧਨ ਨਾਲ ਹੀ ਸਾਰਾ ਆਨੰਦ ਬਣਨਾ ਹੁੰਦਾ, ਇਹਦੇ ਨਾਲ ਹੀ ਮਸਲਾ ਹੱਲ ਹੋਣਾ ਹੁੰਦਾ, ਫਿਰ ਰਾਵਣ ਨਾ ਦੁਖੀ ਹੁੰਦਾ, ਉਹ ਨਾ ਰੋਂਦਾ। ਉਹ ਵੀ ਰੋ ਰਿਹਾ, ਦੁਨੀਆ ਰੋ ਰਹੀ ਹੈ। ਬਾਲੀ ਰੋਵੈ ਨਾਹੀਂ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਤੇ ਸਾਹਿਬ ਜੀ ਕਹਿੰਦੇ ਇਸ ਵਾਸਤੇ ਸੁੱਖਾਂ ਦਾ ਦਾਤਾ, ਉਹਦੀ ਹਜ਼ੂਰੀ, ਉਹਦਾ ਹੁਕਮ, ਮਾਲਕ ਦੀ ਸਿਫਤ, ਉੱਚੀ ਅਵਸਥਾ ਬਣਦੀ ਹੈ। ਹੇ ਭਾਈ, ਹੇ ਮੀਤ, ਸਦਾ ਤੂੰ ਉਸ ਨੂੰ ਧਿਆਉਣਾ ਕਰ। ਜੇ ਸਿਮਰਤ ਗਤ ਪਾਈ ਹੈ, ਤੇ ਭਜ ਰੇ ਤੈਂ ਮੀਤ। ਹੇ ਮੀਤ ਮਿੱਤਰ, ਚੇਤੇ ਕਰ ਤੇ ਇਹ ਭੁੱਲ ਨਾ ਜਾਈ। ਕਹੋ ਨਾਨਕ ਸੁਨ ਰੇ ਮਨਾ। ਹੇ ਮਨ ਤੂੰ ਸੁਣ। ਤਨ, ਕਿਉਂਕਿ ਤਨ ਵਿਚਾਰਾ ਲੋੜਦਾ ਬੱਝਾ ਹੋਇਆ, ਤਨ ਲੋੜਦਾ ਬੱਝਾ ਹੋਇਆ, ਮਨ ਵਾਸ਼ਨਾਵਾਂ ਦਾ ਭਰਿਆ। ਤੇ ਹੋਰ ਗੱਲ ਚੇਤੇ ਰੱਖਿਓ, ਖੁਆਇਸ਼ਾਂ, ਲੋੜਾਂ ਫਕੀਰ ਦੀਆਂ ਵੀ ਪੂਰੀਆਂ ਹੋ ਜਾਂਦੀਆਂ ਨੇ, ਭਿਖਾਰੀ ਦੀਆਂ ਵੀ ਹੋ ਜਾਂਦੀਆਂ ਨੇ, ਇੱਛਾਵਾਂ ਰਾਜਿਆਂ ਦੀਆਂ ਵੀ ਅਧੂਰੀਆਂ ਹੀ ਰਹਿ ਜਾਂਦੀਆਂ। ਤਾਂ ਕਰਕੇ ਮਨ ਨੂੰ ਸਤਿਗੁਰੂ ਸੰਬੋਧਨ ਕਰਦੇ ਨੇ, ਹੇ ਮਨ ਤੂੰ ਖਿਆਲ ਕਰ, ਤੇਰੇ 'ਚ ਹੀ ਇਹ ਭਾਵ ਸਾਰੇ ਪੈਦਾ ਹੁੰਦੇ ਨੇ। ਕਹੋ ਨਾਨਕ ਸੁਨ ਰੇ ਮਨਾ, ਔਦ ਘਟਤ ਹੈ ਨੀਤ ਨੇਤੀ, ਔਦ ਘਟੈ ਦਿਨ ਸਰੈਣਾਰੇ। ਮਨ ਗੁਰ ਮਿਲ ਕਾਜ ਸਵਾਰੇ। ਕਿਉਂਕਿ ਆ ਜਿਹੜਾ ਸਾਧਨ ਮਨ ਤੈਨੂੰ ਮਿਲਿਆ ਤਨ ਦਾ, ਇਹ ਤੇ ਵਿਚਾਰਾ ਘਟ ਰਿਹਾ, ਪਤਲਾ ਹੋ ਰਿਹਾ, ਛੀਣ ਹੋ ਰਿਹਾ, ਫਿਰ ਕੀ ਕਰੇਗਾ। ਤਨ ਉੱਥੋਂ ਤੱਕ ਜਾਏ, ਉਹਦੇ ਤੋਂ ਪਹਿਲੋਂ ਮਨ ਤੂੰ ਮਾਲਕ ਦੀ ਸ਼ਰਨ ਵਿੱਚ ਪੈ, ਸਿਫਤ ਨਾਲ ਜੁੜਨਾ ਕਰ। ਵਾਹਿਗੁਰੂ 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 ਵਾਹਿਗੁਰੂ। ਗੁਰ ਕਿਰਪਾ ਕਰਨ, ਸਭਨਾਂ ਦੀ ਪੜ੍ਹੀ ਸੁਣੀ ਗੁਰਬਾਣੀ ਸਤਿਗੁਰੂ ਪ੍ਰਵਾਨ ਕਰਨ, ਭੁੱਲਾਂ ਬਖਸ਼ ਲੈਣ। ਵਾਹਿਗੁਰੂ ਜੀ ਕਾ